गुड मॉर्निंग स्टूडेंट्स। ਅੱਜ ਆਪਾਂ ਜਿਹੜਾ ਹੈ ਗ੍ਰਾਮਰ ਦਾ ਚੈਪਟਰ ਕਰਨਾ ਹੈ ਲਿੰਕ, ਕਿਉਂਕਿ ਇਸ ਟਰਮ ਦੇ ਵਿੱਚ ਤੁਹਾਡੇ ਜਿਹੜਾ ਹੈ ਉਹ ਸ਼ਾਰਟ ਗ੍ਰਾਮਰ ਦੇ ਵਿੱਚ ਲਿੰਗ ਤੇ ਵਚਨ ਦੀ ਜਿਹੜੀ ਹੈ ਉਹ ਵੀ ਗ੍ਰਾਮਰ ਸ਼ਾਮਿਲ ਆ। ਸੋ ਜਿਹੜਾ ਤੁਸੀਂ ਇੱਕ ਤਰ੍ਹਾਂ ਸ਼ੁਰੂ ਤੋਂ ਲਿੰਗ ਦਾ ਕਰਦੇ ਆ ਰਹੇ ਆ ਚੈਪਟਰ, ਜਿਹਦੇ ਵਿੱਚ ਤੁਸੀਂ ਲਿੰਗ ਬਦਲੀ ਕਰਦੇ ਆ ਰਹੇ ਆ ਵਨ ਵਰਡ ਦੀ, ਮਤਲਬ ਸਿੰਗਲ ਵਰਡ ਦੀ ਲਿੰਗ ਬਦਲੀ ਕਰਦੇ ਆ ਰਹੇ ਆ। ਪਰ ਹੁਣ ਜਿਹੜੀ ਤੁਸੀਂ ਲਿੰਗ ਬਦਲੀ ਕਰੋਗੇ 10th ਸਟੈਂਡਰਡ ਦੇ ਵਿੱਚ ਉਹ ਤੁਹਾਨੂੰ ਆਏਗੀ ਸੈਂਟੈਂਸਿਸ ਵਾਲੀ, ਲਾਈਨਾਂ ਵਾਲੀ ਜਿਹੜੀ ਆ ਉਹ ਲਿੰਗ ਬਦਲੀ ਆਏਗੀ, ਜਿਹਦੇ ਲਈ ਤੁਹਾਡੇ ਜਿਹੜੇ ਆ ਵਨ ਵਰਡ ਦੇ ਬੇਸਿਕਸ ਕਲੀਅਰ ਹੋਣੇ ਬਹੁਤ ਜ਼ਰੂਰੀ ਆ। ਜਿਹਦੇ ਹਿਸਾਬ ਨਾਲ ਤੁਸੀਂ ਜਿਹੜੇ ਆ ਪਹਿਲਾਂ ਵਨ ਵਰਡ ਜਿਹੜਾ ਤੁਹਾਡੀ ਗ੍ਰਾਮਰ ਬੁੱਕ ਦੇ ਵਿੱਚ ਚੈਪਟਰ ਹੈ ਲਿੰਗ ਦਾ ਵਨ ਵਰਡ ਜੇ ਤੁਸੀਂ ਯਾਦ ਕਰੋਗੇ ਤਾਂ ਤੁਹਾਨੂੰ ਜਿਹੜੀ ਸੈਂਟੈਂਸਿਸ ਦੀ ਲਿੰਗ ਬਦਲੀ ਆ ਉਹ ਈਜ਼ੀ ਹੋ ਜਾਏਗੀ। ਸੋ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਚੈਪਟਰ ਹੈ ਲਿੰਗ ਬਦਲੀ ਦਾ ਵਨ ਵਰਡ ਉਹ ਤੁਸੀਂ ਯਾਦ ਕਰਨਾ ਆ, ਤਾਂ ਕਿ ਜਿਹੜਾ ਹੈ ਉਸ ਬਿਹਾਫ 'ਤੇ ਤੁਸੀਂ ਪੂਰੇ ਸੈਂਟੈਂਸ ਦੀ ਲਿੰਗ ਬਦਲੀ ਕਿਵੇਂ ਕਰਨੀ ਆ ਉਹ ਤੁਸੀਂ ਕਰ ਸਕੋ। ਕਿਉਂਕਿ ਜਿਹੜੀ ਤੁਹਾਡੀ ਵਾਕ ਦੀ ਲਿੰਗ ਬਦਲੀ ਹੈ ਉਹਦੇ ਵਿੱਚ ਕੋਈ ਇੱਕ ਸ਼ਬਦ ਜਿਹੜਾ ਹੈ ਉਹ ਲਿੰਗ ਬਦਲੀ ਨਹੀਂ ਹੁੰਦਾ। ਜਦੋਂ ਤੁਸੀਂ ਪੂਰੇ ਵਾਕ ਦੀ ਲਿੰਗ ਬਦਲੀ ਕਰਦੇ ਹੋ ਤਾਂ ਉਹਦੇ ਵਿੱਚ ਹਰ ਸ਼ਬਦ ਦਾ ਜਿਹੜਾ ਹੈ ਖਾਸ ਤੌਰ 'ਤੇ ਜਿਹੜੇ ਨਾਮ ਸ਼ਬਦ ਹੁੰਦੇ ਆ ਉਹਨਾਂ ਦੀ ਲਿੰਗ ਬਦਲੀ ਜਿਹੜੀ ਆ ਉਹ ਵਾਕ ਦੇ ਆਧਾਰ 'ਤੇ ਕੀਤੀ ਜਾਂਦੀ ਆ। ਜਿਹੜੇ ਪੁਲਿੰਗ ਸ਼ਬਦ ਆ ਉਹ ਇਸਤਰੀ ਲਿੰਗ ਦੇ ਵਿੱਚ ਤੇ ਜਿਹੜੇ ਇਸਤਰੀ ਲਿੰਗ ਸ਼ਬਦ ਆ ਉਹ ਪੁਲਿੰਗ ਦੇ ਵਿੱਚ ਤਬਦੀਲ ਹੋ ਜਾਂਦੇ ਆ। ਔਰ ਇੱਕ ਚੀਜ਼ ਹੋਰ ਦਾ ਧਿਆਨ ਰੱਖਿਆ ਜਾਂਦਾ ਆ ਕਿ ਵਾਕ ਦੇ ਵਿੱਚ ਜੇਕਰ ਆਏ ਸ਼ਬਦ ਇੱਕ ਵਚਨ ਆ ਤਾਂ ਵਾਕ ਦੀ ਜਿਹੜੀ ਲਿੰਗ ਬਦਲੀ ਹੈ ਉਹ ਇੱਕ ਵਚਨ ਦੇ ਆਧਾਰ 'ਤੇ ਹੁੰਦੀ ਹੈ। ਪਰ ਜੇ ਤੁਹਾਡਾ ਜਿਹੜਾ ਵਾਕ ਹੈ ਉਹ ਇੱਕ ਤੋਂ ਜ਼ਿਆਦਾ ਆ ਬਹੁ ਵਚਨ ਦੇ ਵਿੱਚ ਹੈ ਤਾਂ ਲਿੰਗ ਬਦਲੀ ਵੀ ਜਿਹੜੀ ਆ ਉਸੇ ਅਨੁਸਾਰ ਹੀ ਕੀਤੀ ਜਾਂਦੀ ਹੈ। ਸੋ ਵਾਕ ਦੀ ਲਿੰਗ ਬਦਲੀ ਦੇ ਵਿੱਚ ਪੂਰੇ ਵਾਕ ਨੂੰ ਆਧਾਰ ਬਣਾ ਕੇ ਜਿਹੜਾ ਹੈ ਉਹ ਲਿੰਗ ਬਦਲਿਆ ਜਾਂਦਾ ਆ, ਜਿਹਦੇ ਕਰਕੇ ਜੇ ਤੁਸੀਂ ਇੱਕ ਵੀ ਵਾਕ ਨੂੰ ਵਿੱਚੋਂ ਸ਼ਬਦ ਨੂੰ ਮਿਸ ਕਰ ਜਾਂਦੇ ਆ ਜਾਂ ਲਿੰਗ ਨਹੀਂ ਬਦਲਦੇ ਤਾਂ ਪੂਰੇ ਵਾਕ ਦਾ ਜਿਹੜਾ ਮੀਨਿੰਗ ਆ ਉਹ ਖਰਾਬ ਹੋ ਜਾਂਦਾ, ਗਲਤ ਹੋ ਜਾਂਦਾ ਆ। ਸੋ ਇਸ ਆਧਾਰ 'ਤੇ ਤੁਸੀਂ ਸਭ ਤੋਂ ਪਹਿਲਾਂ ਜਿਹੜਾ ਆ ਇਹ ਸਮਝੋ ਕਿ ਲਿੰਗ ਹੁੰਦਾ ਕੀ ਆ। ਲਿੰਗ ਮਤਲਬ ਜੈਂਡਰ ਦੇ ਵਿੱਚ ਜਿਹੜਾ ਆ ਤੁਸੀਂ ਇਹ ਦੇਖਣਾ ਆ ਕਿ ਲਿੰਗ ਸ਼ਬਦ ਹੁੰਦੇ ਕੀ ਆ। ਸਭ ਤੋਂ ਪਹਿਲਾਂ ਲਿੰਗ ਦੀ ਪਰਿਭਾਸ਼ਾ ਕਰਾਂਗੇ। ਨਾਮ ਸ਼ਬਦ ਦੇ ਜਿਸ ਰੂਪ ਤੋਂ ਜਨਾਨੇ ਮਤਲਬ ਇਸਤਰੀ ਲਿੰਗ ਅਤੇ ਮਰਦਾਵੇਂ ਮਤਲਬ ਪੁਲਿੰਗ। ਹੁਣ ਤੁਹਾਨੂੰ ਪਤਾ ਆ ਕਿ ਲਿੰਗ ਜਿਹੜੇ ਆ ਉਹ ਦੋ ਪ੍ਰਕਾਰ ਦੇ ਹੁੰਦੇ ਆ, ਇੱਕ ਇਸਤਰੀ ਲਿੰਗ ਤੇ ਦੂਸਰਾ ਪੁਲਿੰਗ। ਜਿਹੜਾ ਇਸਤਰੀ ਲਿੰਗ ਹੈ ਉਹ ਤੁਹਾਨੂੰ ਮਾਦਾ ਭੇਦ ਦੀ ਜਾਣਕਾਰੀ ਦਿੰਦਾ ਆ ਤੇ ਜਿਹੜਾ ਪੁਲਿੰਗ ਹੈ ਉਹ ਤੁਹਾਨੂੰ ਜਿਹੜਾ ਦੂਸਰਾ ਹੈ ਨਰ ਭੇਦ ਦੀ ਜਾਣਕਾਰੀ ਦਿੰਦਾ ਆ। ਸੋ ਦੋ ਤਰ੍ਹਾਂ ਦੇ ਲਿੰਗ ਹੁੰਦੇ ਆ, ਇੱਕ ਨਰ ਭੇਦ ਤੇ ਇੱਕ ਮਾਦਾ ਭੇਦ। ਮਾਦਾ ਭੇਦ ਮਤਲਬ ਇਸਤਰੀ ਲਿੰਗ ਤੇ ਨਰ ਭੇਦ ਮਤਲਬ ਪੁਲਿੰਗ। ਸੋ ਜਿਹੜੇ ਸ਼ਬਦ ਤੁਹਾਨੂੰ ਮਰਦਾਵੇਂ ਅਤੇ ਜਨਾਨੀ ਜਾਂ ਇਹ ਕਹਿ ਲਓ ਨਰ ਅਤੇ ਮਾਦਾ ਜਾਂ ਇਹ ਕਹਿ ਲਓ ਕਿ ਇਸਤਰੀ ਲਿੰਗ ਜਾਂ ਪੁਲਿੰਗ ਬਾਰੇ ਜਾਣਕਾਰੀ ਦਿੰਦੇ ਆ ਉਹ ਲਿੰਗ ਕਹੇ ਜਾਂਦੇ ਆ। ਸੋ ਜੇ ਅਸੀਂ ਇਸ ਪਰਿਭਾਸ਼ਾ ਦੇ ਆਧਾਰ 'ਤੇ ਦੇਖੀਏ ਤਾਂ ਲਿੰਗ ਦੋ ਪ੍ਰਕਾਰ ਦੇ ਆ, ਜਿਸ ਤਰ੍ਹਾਂ ਤੁਸੀਂ ਲੋਅਰ ਸਟੈਂਡਰਡਸ ਤੋਂ ਕਰਦੇ ਆ ਰਹੇ ਆ ਕਿ ਇਸਤਰੀ ਲਿੰਗ ਜਿੱਤੋਂ ਤੁਹਾਨੂੰ ਮਾਦਾ ਭੇਦ ਬਾਰੇ ਜਾਣਕਾਰੀ ਹੋਵੇ ਤੇ ਪੁਲਿੰਗ ਜਿਹਦੇ ਤੋਂ ਤੁਹਾਨੂੰ ਨਰ ਭੇਦ ਬਾਰੇ ਜਾਣਕਾਰੀ ਹੋਵੇ। ਸੋ ਇਹ ਦੋ ਤਰ੍ਹਾਂ ਦੇ ਹੁੰਦੇ ਆ। ਇੱਕ ਤੁਸੀਂ ਇਹਦੇ ਵਿੱਚ ਜਿਹੜੀ ਆ ਮੇਨ ਰੱਖਣੀ ਆ ਲਿੰਗ ਬਦਲੀ। ਹੁਣ ਲਿੰਗ ਬਦਲੀ ਜਿਹੜੀ ਹੈ ਉਹ ਤੁਹਾਡੀ ਮੇਨ ਬੇਸ ਹੈ ਸੈਂਟੈਂਸਿਸ ਵਾਕ ਜਿਹੜੀ ਤੁਸੀਂ ਹੁਣ ਆਪਣੇ ਸਿਲੇਬਸ ਦੇ ਵਿੱਚ ਕਰਨੇ ਆ ਕਿ ਪੁਲਿੰਗ ਨੂੰ ਇਸਤਰੀ ਲਿੰਗ ਅਤੇ ਇਸਤਰੀ ਲਿੰਗ ਨੂੰ ਪੁਲਿੰਗ ਸ਼ਬਦ ਵਿੱਚ ਬਦਲਣ ਨੂੰ ਲਿੰਗ ਬਦਲੀ ਆਖਦੇ ਆ। ਹੁਣ ਜਦੋਂ ਸੈਂਟੈਂਸ ਦੇ ਵਿੱਚ ਜਿਹੜਾ ਸ਼ਬਦ ਇਸਤਰੀ ਲਿੰਗ ਹੋਏਗਾ ਉਹਨੂੰ ਤੁਸੀਂ ਪੁਲਿੰਗ ਦੇ ਵਿੱਚ ਚੇਂਜ ਕਰ ਦੋਗੇ ਤੇ ਜਿਹੜਾ ਪੁਲਿੰਗ ਸ਼ਬਦ ਹੋਏਗਾ ਉਹਨੂੰ ਤੁਸੀਂ ਇਸਤਰੀ ਲਿੰਗ ਦੇ ਵਿੱਚ ਚੇਂਜ ਕਰੋਗੇ ਔਰ ਉਸ ਹਿਸਾਬ ਦੇ ਨਾਲ ਸਾਰਾ ਸੈਂਟੈਂਸ ਤੁਸੀਂ ਆਪਣਾ ਕੰਪਲੀਟ ਕਰੋਗੇ। ਸੋ ਲਿੰਗ ਬਦਲੀ ਜਿਹੜੀ ਆ ਉਹ ਵਾਕ ਵਾਲੇ ਜਿਹੜੇ ਲਿੰਗ ਬਦਲੋ ਹੁੰਦੇ ਆ ਉਹਦੇ ਵਿੱਚ ਖਾਸ ਅਹਿਮੀਅਤ ਰੱਖਦੇ ਆ। ਸੋ ਜਦੋਂ ਤੁਸੀਂ ਇਹ ਸਭ ਤੋਂ ਪਹਿਲਾਂ ਜਦੋਂ ਤੁਸੀਂ ਇੱਕ ਸ਼ਬਦ ਵਾਲੇ ਲਿੰਗ ਬਦਲੀ ਕਰਨੇ ਆ ਕਿ ਕਿਸ ਤਰ੍ਹਾਂ ਜਿਹੜੇ ਆ ਇਹ ਚੇਂਜ ਹੁੰਦੇ ਆ ਤਾਂ ਉਹਦੇ ਆਧਾਰ 'ਤੇ ਤੁਸੀਂ ਜਿਹੜੇ ਆ ਉਹ ਯਾਦ ਕਰੋਗੇ। ਪਰ ਇਹਦੇ ਵਿੱਚ ਨਾ ਜਿਹੜੇ ਆ ਪੰਜਾਬੀ ਦੇ ਵਿੱਚ ਕੁਝ ਸ਼ਬਦ ਇਹੋ ਜਿਹੇ ਵੀ ਆ ਜਿਨ੍ਹਾਂ ਦੇ ਲਿੰਗ ਬਦਲੀ ਨਹੀਂ ਹੁੰਦੇ। ਉਹ ਚੀਜ਼ ਜੇਕਰ ਇਸਤਰੀ ਲਿੰਗ ਦੇ ਵਿੱਚ ਆ ਤੇ ਉਹ ਇਸਤਰੀ ਲਿੰਗ ਦੇ ਵਿੱਚ ਹੀ ਰਹਿੰਦੀ ਆ, ਜੇ ਉਹ ਪੁਲਿੰਗ ਦੇ ਵਿੱਚ ਆ ਤੇ ਉਹ ਪੁਲਿੰਗ ਵਿੱਚ ਹੀ ਰਹਿੰਦੀ ਹੈ। ਹੁਣ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਆਪਾਂ ਧਰਤੀ ਕਹੀਏ ਤਾਂ ਧਰਤੀ ਜਿਹੜੀ ਹੈ ਉਹ ਇਸਤਰੀ ਲਿੰਗ ਹੈ ਤਾਂ ਉਹ ਇਸਤਰੀ ਲਿੰਗ ਦੇ ਵਿੱਚ ਹੀ ਰਹੇਗੀ, ਉਹਦਾ ਲਿੰਗ ਜਿਹੜਾ ਆ ਉਹ ਚੇਂਜ
ਨਹੀਂ ਹੋਏਗਾ। ਜਿੱਦਾਂ ਹੁਣ ਤਾਰੇ ਆ, ਤਾਰੇ ਜਿਹੜਾ ਹੈ ਪੁਲਿੰਗ ਦੇ ਵਿੱਚ ਆ ਗਿਆ, ਉਹ ਵੀ ਇਸਤਰੀ ਲਿੰਗ ਦੇ ਵਿੱਚ ਚੇਂਜ ਨਹੀਂ ਹੁੰਦਾ। ਸੋ ਕੁਝ ਸ਼ਬਦ ਜਿਹੜੇ ਆ ਉਹ ਪੰਜਾਬੀ ਦੇ ਵਿੱਚ ਇਸ ਤਰ੍ਹਾਂ ਦੇ ਆ ਜਿਹੜੇ ਕਿ ਕੇਵਲ ਕੁਝ ਸ਼ਬਦ ਪੁਲਿੰਗ ਹੀ ਹੁੰਦੇ ਆ, ਅਤੇ ਕੁਝ ਜਿਹੜੇ ਆ ਸਿਰਫ ਇਸਤਰੀ ਲਿੰਗ ਦੇ ਵਿੱਚ ਹੀ ਸਾਨੂੰ ਦਿਖਾਈ ਦਿੰਦੇ ਆ। ਹੁਣ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਬੱਤਖ ਸ਼ਬਦ ਹੈ, ਡੱਕ ਵਰਡ ਹੈ, ਹੁਣ ਬੱਤਖ ਜਿਹੜਾ ਆ ਉਹ ਸਿਰਫ ਇਸਤਰੀ ਲਿੰਗ ਹੀ ਹੋ ਸਕਦਾ, ਉਹਦਾ ਪੁਲਿੰਗ ਨਹੀਂ ਹੋ ਸਕਦਾ। ਸੋ ਜਦੋਂ ਤੁਸੀਂ ਲਿੰਗ ਬਦਲਨੇ ਆ ਤਾਂ ਇਹ ਚੀਜ਼ ਦਾ ਖਾਸ ਧਿਆਨ ਰੱਖਣਾ ਆ ਕਿ ਉਹ ਸ਼ਬਦ ਦਾ ਇਸਤਰੀ ਲਿੰਗ ਜਾਂ ਪੁਲਿੰਗ ਹੈ ਜਾਂ ਨਹੀਂ ਹੈ। ਸੋ ਜਦੋਂ ਤੁਸੀਂ ਇਹ ਚੀਜ਼ ਯਾਦ ਕਰਨੀ ਆ ਤਾਂ ਸਭ ਤੋਂ ਪਹਿਲਾਂ ਵਨ ਵਰਡ ਯਾਦ ਕਰੋਗੇ, ਔਰ ਉਸ ਤੋਂ ਬਾਅਦ ਜਿਹੜਾ ਹੈ ਤੁਸੀਂ ਆਪਣਾ ਅਭਿਆਸ ਕਰਨਾ ਹੈ ਸੈਂਟੈਂਸਿਸ ਵਾਲਾ, ਜਿਹੜਾ ਕਿ ਤੁਹਾਡੇ ਸਿਲੇਬਸ ਦੇ ਵਿੱਚ ਮੇਨ ਆ, ਕਿਉਂਕਿ ਤੁਹਾਨੂੰ ਜਿਹੜਾ ਆ ਉਹ ਵਾਕਾਂ ਵਾਲੀ ਲਿੰਗ ਬਦਲੀ ਹੀ ਆਉਂਦੀ ਆ। ਇਹਦੇ ਵਿੱਚ ਤੁਹਾਡੀ ਬੁੱਕ ਦੇ ਵਿੱਚ ਜਿਹੜਾ ਹੈ ਪੇਜ ਨੰਬਰ 36 ਦੇ ਉੱਪਰ ਇੱਕ ਸੋਲਵਡ ਐਕਸਰਸਾਈਜ਼ ਦਿੱਤੀ ਹੋਈ ਆ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਹੋਇਆ ਆ ਕਿ ਜਿਹੜੀ ਤੁਸੀਂ ਲਿੰਗ ਬਦਲੀ ਕਰਨੀ ਆ ਉਹ ਕਿਸ ਤਰ੍ਹਾਂ ਕਰਨੀ ਆ। ਸੋ ਇੱਕ ਦੋ ਉਦਾਹਰਨਾਂ ਮੈਂ ਤੁਹਾਨੂੰ ਸੋਲਵਡ ਵਿੱਚੋਂ ਦਿਖਾਉਂਗੀ, ਫਿਰ ਬਾਕੀ ਜਿਹੜੀ ਆਪਾਂ ਅਨਸੋਲਵਡ ਐਕਸਰਸਾਈਜ਼ ਕਰਾਂਗੇ ਤਾਂ ਕਿ ਤੁਹਾਡੀ ਚੰਗੀ ਤਰ੍ਹਾਂ ਜਿਹੜੀ ਆ ਰਿਵੀਜ਼ਨ ਹੋ ਜਾਏ। ਸੋ ਉਦਾਹਰਨ ਦੇਖੋ, ਜਿੱਦਾਂ ਹੁਣ ਫਸਟ ਸੈਂਟੈਂਸ ਦੇਖੋ, ਉਹ ਹਿੰਦੀ ਦਾ ਪ੍ਰਸਿੱਧ ਲੇਖਕ ਹੈ। ਹੁਣ ਇਹਦੇ ਵਿੱਚ ਤੁਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਹੈ ਕਿ ਇਹਦੇ ਵਿੱਚ ਨਾਮ ਸ਼ਬਦ ਜਿਹੜਾ ਆ ਉਹ ਕਿਹੜਾ ਆ। ਹੁਣ ਇਸ ਸੈਂਟੈਂਸ ਦੇ ਵਿੱਚ ਜਿਹੜਾ ਆ ਸਭ ਤੋਂ ਪਹਿਲਾਂ ਨਾਮ ਸ਼ਬਦ ਹੈ ਲੇਖਕ। ਹੁਣ ਜਿੱਦਾਂ ਤੁਹਾਨੂੰ ਦੱਸਿਆ ਸੀ ਕਿ ਨਾਮ ਸ਼ਬਦਾਂ ਦੇ ਜਿਹੜੇ ਆ ਉਹ ਲਿੰਗ ਤੇ ਜਿਹੜੇ ਆ ਇਸਤਰੀ ਲਿੰਗ ਤੇ ਪੁਲਿੰਗ ਹੁੰਦੇ ਆ। ਹੁਣ ਇਹਦੇ ਵਿੱਚ ਫਸਟ ਸੈਂਟੈਂਸ ਦੇ ਵਿੱਚ ਦੇਖੋ, ਹਿੰਦੀ ਨੂੰ ਤਾਂ ਅਸੀਂ ਚੇਂਜ ਨਹੀਂ ਕਰ ਸਕਦੇ, ਠੀਕ ਹੈ। ਸੋ ਉਹ ਹਿੰਦੀ ਦਾ ਜਗ੍ਹਾ ਕੀ ਹੋ ਜਾਣੀ ਹੈ, ਦੀ ਹੋ ਜਾਣੀ ਆ। ਉਹ ਹਿੰਦੀ ਦੀ ਪ੍ਰਸਿੱਧ ਲੇਖਕ ਦਾ ਕੀ ਬਣ ਜਾਣਾ ਆ, ਲੇਖਕ ਆ। ਸੋ ਜੇ ਤੁਹਾਨੂੰ ਵਨ ਵਰਡ ਆਉਂਦਾ ਹੋਏਗਾ ਤਾਂ ਉਹਦੇ ਆਧਾਰ 'ਤੇ ਤੁਹਾਡਾ ਜਿਹੜਾ ਸੈਂਟੈਂਸ ਆਪਣੇ ਆਪ ਹੀ ਕੰਪਲੀਟ ਹੋ ਜਾਏਗਾ। ਸੋ ਆਪਣਾ ਜਿਹੜਾ ਆ ਲਿੰਗ ਬਦਲ ਕੇ ਕੀ ਬਣੇਗਾ, ਉਹ ਹਿੰਦੀ ਦੀ ਪ੍ਰਸਿੱਧ ਲੇਖਕਾ ਹੈ। ਚਿੜੀਆ ਘਰ ਵਿੱਚ ਬਾਂਦਰ, ਹਿਰਨ, ਸ਼ੇਰ, ਹਾਥੀ ਸਨ। ਠੀਕ, ਹੁਣ ਜਦੋਂ ਤੁਸੀਂ ਇਹਦਾ ਇਸਤਰੀ ਲਿੰਗ ਬਣਾਓਗੇ ਤਾਂ ਸਭ ਤੋਂ ਪਹਿਲਾਂ ਜਿਹੜਾ ਆ ਤੁਸੀਂ ਇਹ ਦੇਖਣਾ ਆ ਕਿ ਜਿਹੜਾ ਸੈਂਟੈਂਸ ਹੈ ਤੁਹਾਡਾ ਇੱਕ ਵਚਨ 'ਚ ਹੈ ਕਿ ਬਹੁਵਚਨ 'ਚ। ਧਿਆਨ ਨਾਲ ਦੇਖੋ, ਚਿੜੀਆ ਘਰ ਵਿੱਚ ਬਾਂਦਰ, ਹਿਰਨ, ਸ਼ੇਰ, ਹਾਥੀ ਸਨ। ਸੋ ਹੁਣ ਤੁਸੀਂ ਜਿਹੜਾ ਆ ਇਹਨੂੰ, ਜੇ ਉਹ ਪਲੂਰਲ 'ਚ ਹੈ ਤਾਂ ਤੁਸੀਂ ਪਲੂਰਲ 'ਚ ਹੀ ਬਣਾਓਗੇ, ਠੀਕ ਹੈ। ਸੋ ਹੁਣ ਤੁਸੀਂ ਜਦੋਂ ਕਰਨਾ ਆ, ਚਿੜੀਆ ਘਰ ਵਿੱਚ ਬਾਂਦਰ ਦਾ ਕੀ ਬਣ ਜਾਣਾ, ਬਾਂਦਰੀਆਂ, ਪਲੂਰਲ ਦੇ ਵਿੱਚ, ਕਿਉਂਕਿ ਤੁਹਾਡਾ ਸੈਂਟੈਂਸ ਜਿਹੜਾ ਪੁਲਿੰਗ ਦੇ ਵਿੱਚ ਹੈ ਉਹ ਪਲੂਰਲ ਦੇ ਵਿੱਚ ਹੈ, ਇੱਕ ਤੋਂ ਜ਼ਿਆਦਾ ਆ, ਬਹੁਵਚਨ ਦੇ ਵਿੱਚ ਹੈ। ਸੋ ਜਦੋਂ ਤੁਸੀਂ ਉਹਨੂੰ ਇਸਤਰੀ ਲਿੰਗ ਦੇ ਵਿੱਚ ਚੇਂਜ ਕਰਨਾ ਆ ਤਾਂ ਉਹ ਪਲੂਰਲ ਦੇ ਵਿੱਚ ਹੀ ਜਾਏਗਾ, ਬਹੁਵਚਨ ਦੇ ਵਿੱਚ ਹੀ ਜਾਏਗਾ। ਚਿੜੀਆ ਘਰ ਵਿੱਚ ਬਾਂਦਰੀਆਂ, ਹਿਰਨੀਆਂ, ਸ਼ੇਰਨੀਆਂ, ਹਥਨੀਆਂ ਸਨ। ਸੋ ਇਸ ਤਰ੍ਹਾਂ ਜਿਹੜਾ ਹੈ ਤੁਸੀਂ ਆਪਣੇ ਪੂਰੇ ਸੈਂਟੈਂਸ ਨੂੰ ਚੇਂਜ ਕਰੋਗੇ। ਮਲਕਾ ਦਾ ਸਭ ਤੋਂ ਪਹਿਲਾਂ ਤੁਸੀਂ ਇਹ ਦੇਖਣਾ ਹੈ ਕਿ ਮਲਕਾ ਨਾਮ ਸ਼ਬਦ ਹੈ, ਔਰ ਮਲਕਾ ਦਾ ਜਿਹੜਾ ਹੈ ਲਿੰਗ ਬਦਲੋ ਕੀ ਹੁੰਦਾ ਹੈ, ਮਲਕਾ ਦਾ ਬਾਦਸ਼ਾਹ। ਸੋ ਬਾਦਸ਼ਾਹ ਆਪਣੀਆਂ ਦਾਸੀਆਂ, ਹੁਣ ਆਪਣੀਆਂ ਦਾਸੀਆਂ ਦੀਆਂ ਜਗ੍ਹਾ ਕੀ ਬਣ ਜਾਣਾ, ਆਪਣੇ ਦਾਸਾਂ, ਠੀਕ ਹੈ, ਪਲੂਰਲ ਦੇ ਵਿੱਚ ਜਾਣਾ ਧਿਆਨ ਦੇ ਨਾਲ। ਬਾਦਸ਼ਾਹ ਆਪਣੇ ਦਾਸਾਂ ਦੇ ਨਾਲ ਕੁਦਰਤੀ ਦ੍ਰਿਸ਼ ਦੇਖਣ ਗਿਆ। ਠੀਕ, ਸੋ ਆਪਣੀਆਂ ਦਾਸੀਆਂ ਜਿਹੜਾ ਸੀ ਸ਼ਬਦ ਇੱਕ ਤੋਂ ਜ਼ਿਆਦਾ ਸੀ, ਬਹੁਵਚਨ ਸੀ। ਸੋ ਤੁਸੀਂ ਵੀ ਇਹਨੂੰ ਬਹੁਵਚਨ 'ਚ ਹੀ ਜਾਣਾ ਆ। ਬਾਦਸ਼ਾਹ ਆਪਣੇ ਦਾਸਾਂ ਦੇ ਨਾਲ ਕੁਦਰਤੀ ਦ੍ਰਿਸ਼ ਦੇਖਣ ਗਈ ਦੀ ਜਗ੍ਹਾ ਕੀ ਬਣ ਜਾਣਾ, ਗਿਆ। ਸੋ ਇਸ ਤਰ੍ਹਾਂ ਤੁਸੀਂ ਇਹਨੂੰ ਚੇਂਜ ਕਰੋਗੇ। ਦਰਜੀ ਨੂੰ ਇੱਕ ਕੁੜਤਾ, 2 ਪਜਾਮੇ, 3 ਕੱਛੇ ਸਿਉਣ ਲਈ ਦਿੱਤੇ। ਹੁਣ ਦਰਜੀ ਦਾ ਸਭ ਤੋਂ ਪਹਿਲਾਂ ਦੇਖੋ ਇਸਤਰੀ ਲਿੰਗ ਕੀ ਬਣਨਾ ਆ, ਦਰਜਨ, ਠੀਕ ਹੈ। ਦਰਜੀ ਨੂੰ ਦਰਜਨ ਨੂੰ ਇੱਕ ਕੁੜਤਾ ਦਾ ਕੀ ਬਣ ਜਾਣਾ, ਕੁੜਤੀ, 2 ਪਜਾਮੀਆਂ, 3 ਕੱਛੀਆਂ ਸਿਉਣ ਲਈ ਦਿੱਤੀਆਂ। ਸੋ ਇਸ ਤਰ੍ਹਾਂ ਜਿਹੜੀ ਆ ਤੁਸੀਂ ਇਹ ਸਾਰੀਆਂ ਐਗਜ਼ਾਮਪਲਸ ਪੜ੍ਹਨੀਆਂ ਆ, ਔਰ ਧਿਆਨ ਨਾਲ ਦੇਖਣਾ ਹੈ ਕਿ ਕਿਹੜੇ ਸ਼ਬਦ ਦਾ ਕੀ ਜਿਹੜਾ ਹੈ ਉਹ ਇਸਤਰੀ ਲਿੰਗ ਬਣਨਾ ਆ। ਹੁਣ ਜਿਸ ਤਰ੍ਹਾਂ ਸੱਸੇ ਨੀ ਜਿਹੜਾ ਹੈ ਪੰਜਾਬੀ ਦੇ ਵਿੱਚ ਸੱਸ ਦਾ ਜੇਕਰ ਅਸੀਂ ਦੇਖੀਏ ਪੁਲਿੰਗ ਕੀ ਬਣਦਾ, ਸੱਸ ਦਾ ਸਹੁਰਾ ਬਣਦਾ ਆ। ਸੋ ਜਦੋਂ ਸੱਸੇ ਨੀ ਦੀ ਜਗ੍ਹਾ ਅਸੀਂ ਚੇਂਜ ਕਰਨਾ ਆ ਤਾਂ ਕੀ ਬਣ ਜਾਣਾ ਹੈ, ਸਹੁਰਿਆ ਵੇ ਤੇਰੀ ਮੱਝ ਮਰ ਜਾਏ। ਮੱਝ ਦਾ ਕੀ ਬਣ ਜਾਣਾ, ਝੋਟਾ, ਸਹੁਰਿਆ ਵੇ ਤੇਰਾ ਝੋਟਾ ਮਰ ਜਾਏ, ਠੀਕ ਹੈ। ਮਾਏ ਨੀ, ਮਾਏ ਦਾ ਕੀ ਹੁੰਦਾ, ਬਾਪੂ,
ਠੀਕ। ਜਦੋਂ ਅਸੀਂ ਇਹਨੂੰ ਨੀ ਨੂੰ ਚੇਂਜ ਕਰਨਾ ਹੈ ਨਾ ਤਾਂ ਉਹਦਾ ਪੰਜਾਬੀ ਦੇ ਵਿੱਚ ਬਣਨਾ ਵੇ। ਸੰਬੋਧਨੀ ਸ਼ਬਦ ਹੈ, ਸੱਸੇ ਨੀ ਸੌਰਿਆ ਵੇ। ਇਹ ਸੰਬੋਧਨੀ ਸ਼ਬਦ ਹੈ ਕਿ ਜਦੋਂ ਅਸੀਂ ਪੁਲਿੰਗ ਦੇ ਨਾਲ ਸੰਬੋਧਨੀ ਸ਼ਬਦ ਲਗਾਉਣਾ ਤੇ ਉਦੋਂ ਪੁਲਿੰਗ ਨਾਲ ਵੇ ਲੱਗਣਾ ਹੈ ਤੇ ਇਸਤਰੀ ਲਿੰਗ ਨਾਲ ਨੀ ਲੱਗਣਾ ਹੈ। ਠੀਕ ਹੈ। ਸੋ ਇਸੇ ਤਰ੍ਹਾਂ ਮਾਈ ਨੀ ਦਾ ਕੀ ਬਣ ਜਾਣਾ, ਬਾਪੂ ਵੇ। ਸੋ ਇਹ ਚੀਜ਼ਾਂ ਤੁਹਾਨੂੰ ਜਿਹੜਾ ਆ ਇਹ ਬੇਸਿਕਸ ਧਿਆਨ ਰੱਖਣੇ ਪੈਣੇ ਆ ਜਦੋਂ ਤੁਸੀਂ ਚੇਂਜ ਕਰਨਾ ਆ। ਸੋ ਲਾਡੋ ਜਿਹੜੀ ਸ਼ਬਦ ਹੈ, ਕੁੜੀਆਂ ਨੂੰ ਜਿਹੜਾ ਪੰਜਾਬੀ ਦੇ ਵਿੱਚ ਲਾਡੋ ਕਹਿੰਦੇ ਆ ਤੇ ਮੁੰਡਿਆਂ ਨੂੰ ਲਾਡਲਾ ਕਹਿੰਦੇ ਆ। ਠੀਕ ਹੈ। ਸੋ ਤੁਸੀਂ ਇਹ ਧਿਆਨ ਰੱਖਣਾ ਆ। ਮਾਇਨੀ ਦੀ ਜਗ੍ਹਾ ਬਣ ਜਾਣਾ ਬਾਪੂ ਵੇ, ਤੇਰੇ ਮਹਿਲਾਂ ਵਿੱਚੋਂ ਤੇਰਾ ਲਾਡਲਾ ਪਰਦੇਸੀ ਹੋਇਆ। ਠੀਕ ਹੈ। ਪਰਦੇਸਨ ਦੀ ਜਗ੍ਹਾ ਕੀ ਬਣ ਜਾਣਾ, ਪਰਦੇਸੀ ਹੋਇਆ। ਸੋ ਜੇ ਤੁਸੀਂ ਇੱਕ ਵੀ ਸ਼ਬਦ ਜਿਸ ਤਰ੍ਹਾਂ ਮੰਨ ਲਓ ਤੁਹਾਡਾ ਮਿਸ ਹੋ ਗਿਆ, ਤੁਸੀਂ ਲਾਡਲਾ ਪਰਦੇਸਨ ਹੋਈ ਲਿਖ ਗਏ ਆ ਨਾ, ਤੁਹਾਡਾ ਸਾਰਾ ਸੈਂਟੈਂਸ ਗਲਤ ਹੋ ਜਾਣਾ ਹੈ। ਠੀਕ। ਸੋ ਇਹ ਚੀਜ਼ ਮੇਨ ਧਿਆਨ ਰੱਖਣੀ ਆ ਕਿ ਜਦੋਂ ਤੁਸੀਂ ਪਹਿਲਾ ਸੰਬੋਧਨੀ ਸ਼ਬਦ ਚੇਂਜ ਕਰਨਾ ਆ ਤਾਂ ਤੁਹਾਡਾ ਸਾਈਨ ਆਫ ਐਕਸਕਲੇਮੇਸ਼ਨ ਜਿਹੜਾ ਆ ਸੱਸੇ ਨੀ ਤੋਂ ਬਾਅਦ ਪਾਇਆ ਹੋਇਆ, ਇੱਥੇ ਕੌਮਾ ਪਾਇਆ, ਉਹ ਪੈਣਾ ਚਾਹੀਦਾ। ਜਿਸ ਸੈਂਸ ਦੇ ਵਿੱਚ ਸੈਂਟੈਂਸ ਆ ਉਹਦੇ ਵਿੱਚ ਹੀ ਤੁਸੀਂ ਜਾਣਾ। ਠੀਕ ਹੈ। ਸੋ ਮਾਇਨੀ ਦੀ ਜਗ੍ਹਾ ਬਾਪੂ ਵੇ, ਤੇਰੇ ਮਹਿਲਾਂ ਵਿੱਚੋਂ ਤੇਰਾ, ਤੇਰੀ ਦੀ ਜਗ੍ਹਾ ਤੇਰਾ, ਲਾਡੋ ਮਤਲਬ ਲਾਡਲਾ, ਪਰਦੇਸੀ ਹੋਇਆ। ਸੋ ਹਰ ਸ਼ਬਦ ਨੂੰ ਧਿਆਨ ਦੇ ਵਿੱਚ ਰੱਖ ਕੇ ਜਿਹੜਾ ਤੁਸੀਂ ਸੈਂਟੈਂਸ ਹੈ ਉਹ ਚੇਂਜ ਕਰੋਗੇ। ਠੀਕ ਹੈ। ਸੋ ਇਹ ਸਾਰੀ ਜਿਹੜੀ ਆ ਤੁਸੀਂ ਇਸ ਚੀਜ਼ ਦੀ ਰਿਵੀਜ਼ਨ ਕਰਨੀ ਹੈ। ਹੁਣ ਆਪਾਂ ਕਰਦੇ ਹਾਂ ਅਨਸੋਲਵਡ ਐਕਸਰਸਾਈਜ਼, ਜਿਹੜੀ ਕਿ ਮੇਨ ਤੁਸੀਂ ਇੱਕ ਰਿਵੀਜ਼ਨ ਕਰਨੀ ਹੈ। ਇੱਕ ਵਾਰੀ ਧਿਆਨ ਨਾਲ ਦੇਖੋ ਕਿ ਕਿੱਦਾਂ ਇਹਨੂੰ ਸੋਲਵ ਕਰੋਗੇ। ਹਾਂਜੀ, ਫਸਟ ਸੈਂਟੈਂਸ ਹੈ ਨੀਲੀ ਘੋੜੀ ਤੇਜ਼ ਦੌੜਦੀ ਹੈ। ਠੀਕ ਹੈ। ਹੁਣ ਜਦੋਂ ਤੁਸੀਂ ਨੀਲੀ ਦਾ ਪੁਲਿੰਗ ਬਣਾਉਣਾ ਆ, ਨੀਲੀ ਦਾ ਕੀ ਬਣ ਜਾਣਾ, ਨੀਲਾ। ਠੀਕ ਹੈ। ਘੋੜੀ ਦਾ ਕੀ ਬਣ ਜਾਣਾ, ਘੋੜਾ। ਤੇਜ਼ ਦੌੜਦੀ ਦਾ ਕੀ ਬਣ ਜਾਣਾ, ਦੌੜਦਾ ਹੈ। ਸੋ ਤੁਹਾਡਾ ਸੈਂਟੈਂਸ ਚੇਂਜ ਹੋ ਕੇ ਕੀ ਬਣੇਗਾ, ਨੀਲਾ ਘੋੜਾ ਤੇਜ਼ ਦੌੜਦਾ ਹੈ। ਠੀਕ। ਸੋ ਪੂਰਾ ਜੇ ਤੁਹਾਨੂੰ ਇਸਤਰੀ ਲਿੰਗ ਦੇ ਵਿੱਚ ਸੀ ਸੈਂਟੈਂਸ, ਤੁਸੀਂ ਉਹਨੂੰ ਪੂਰਾ ਚੇਂਜ ਕਰਕੇ ਪੁਲਿੰਗ ਦੇ ਵਿੱਚ ਬਣਾ ਦਿੱਤਾ। ਨੀਲੀ ਘੋੜੀ ਦੀ ਜਗ੍ਹਾ ਬਣ ਗਿਆ ਨੀਲਾ ਘੋੜਾ, ਔਰ ਦੌੜ ਦੀ ਜਿਹੜੀ ਕਿਰਿਆ ਸੀ ਉਹ ਪੁਲਿੰਗ ਦੇ ਅਕੋਰਡਿੰਗ ਚੇਂਜ ਹੋ ਗਈ, ਦੌੜਦਾ। ਇੱਕ ਚੀਜ਼ ਹੋਰ ਧਿਆਨ ਰੱਖਣੀ ਆ ਕਿ ਬੇਸ਼ੱਕ ਜਿਹੜਾ ਜਦੋਂ ਤੁਸੀਂ ਲਿੰਗ ਚੇਂਜ ਕਰਦੇ ਆ, ਬੇਸ਼ੱਕ ਜਿਹੜਾ ਲਿੰਗ ਹੈ ਉਹ ਨਾਮ ਸ਼ਬਦਾਂ ਦਾ ਬਦਲਦਾ ਆ, ਪਰ ਜਿਹੜੇ ਸੈਂਟੈਂਸ ਦੇ ਵਿੱਚ ਕਿਰਿਆ ਸ਼ਬਦ ਹੁੰਦੇ ਆ ਉਹ ਸੈਂਟੈਂਸ ਦੇ ਅਕੋਰਡਿੰਗ ਚੇਂਜ ਹੋ ਜਾਂਦੇ ਆ। ਇਹ ਨਹੀਂ ਹੈ ਕਿ ਜੇਕਰ ਉੱਥੇ ਦੌੜਦੀ ਸ਼ਬਦ ਹੈ ਤੇ ਉਹ ਦੌੜਦੀ ਰਹੇਗਾ, ਨਹੀਂ। ਜਿਹੜੇ ਉਹਨਾਂ ਦੇ ਨਾਲ ਸੈਂਟੈਂਸ ਵਿੱਚ ਨਾਮ ਸ਼ਬਦਾਂ ਦੇ ਨਾਲ ਸੰਬੰਧਕ ਸ਼ਬਦ ਹੁੰਦੇ ਆ, ਜਿੱਦਾਂ ਦਾ, ਦੇ, ਦੀ, ਉਹ, ਤੇ ਜਿਹੜੇ ਕਿਰਿਆ ਸ਼ਬਦ ਹੁੰਦੇ ਆ ਜਿਸ 'ਚ ਕਿਸੇ ਕੰਮ ਦਾ ਹੋਣਾ ਆ, ਜਿਸ ਤਰ੍ਹਾਂ ਹੁਣ ਦੌੜਦਾ ਹੈ ਨਾ, ਇਹ ਜਿਹੜੇ ਕਿਰਿਆ ਸ਼ਬਦ ਆ ਇਹ ਵੀ ਆਟੋਮੈਟਿਕਲੀ ਨਾਮ ਸ਼ਬਦਾਂ ਦੇ ਨਾਲ ਚੇਂਜ ਹੋ ਜਾਂਦੇ ਆ। ਜੇ ਇਸਤਰੀ ਲਿੰਗ ਹੈ ਤੇ ਦੀ ਆਏਗਾ, ਜੇ ਪੁਲਿੰਗ ਆ ਗਿਆ ਤੇ ਦਾ ਆਏਗਾ, ਜੇ ਇਸਤਰੀ ਲਿੰਗ ਹੈ ਤੇ ਦੌੜਦੀ ਆਏਗਾ, ਜੇ ਪੁਲਿੰਗ ਹੈ ਤੇ ਦੌੜਦਾ ਆਏਗਾ। ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਆ ਕਿ ਨਾਮ ਸ਼ਬਦਾਂ ਦੇ ਲਿੰਗ ਬਦਲਣ ਦੇ ਨਾਲ ਨਾਲ ਕਿਰਿਆ ਤੇ ਸੰਬੰਧਕ ਸ਼ਬਦ ਵੀ ਆਪਣਾ ਰੂਪ ਬਦਲ ਲੈਂਦੇ ਆ ਸੈਂਟੈਂਸ ਦੇ ਅਕੋਰਡਿੰਗ, ਉਹ ਸੇਮ ਨਹੀਂ ਰਹਿੰਦੇ। ਠੀਕ ਹੈ। ਦੂਸਰਾ ਦੇਖੋ, ਕੁੜੀ ਗੀਤ ਗਾਉਂਦੀ ਹੈ। ਹੁਣ ਕੁੜੀ ਦਾ ਕੀ ਬਣ ਗਿਆ, ਮੁੰਡਾ। ਮੁੰਡਾ ਗੀਤ ਗਾਉਂਦੀ ਦਾ ਕੀ ਬਣ ਜਾਣਾ, ਗਾਉਂਦਾ ਹੈ। ਸੋ ਕਿਰਿਆ ਨੇ ਵੀ ਆਪਣਾ ਰੂਪ ਚੇਂਜ ਕਰ ਲਿਆ, ਮੁੰਡਾ ਗੀਤ ਗਾਉਂਦਾ ਹੈ। ਕਾਲੀ ਬਦਲੀ ਚੜ ਆਈ ਹੈ, ਬਦਲੀ ਦਾ ਕੀ ਬਣ ਜਾਣਾ, ਬੱਦਲ। ਠੀਕ। ਸੋ ਕਾਲੀ ਦੀ ਜਗ੍ਹਾ ਕੀ ਬਣ ਜਾਣਾ, ਕਾਲਾ, ਬਦਲੀ ਦੀ ਜਗ੍ਹਾ ਬੱਦਲ, ਚੜ ਆਇਆ ਹੈ। ਠੀਕ। ਸੋ ਜਿਹੜੇ ਪੰਜਾਬੀ ਦੇ ਵਿੱਚ ਕਈ ਜਿਹੜੇ ਲਿੰਗ ਬਦਲੋ ਹੈ ਨਾ, ਉਹ ਆਕਾਰ ਦੇ ਆਧਾਰ 'ਤੇ ਵੀ ਚੇਂਜ ਹੁੰਦੇ ਆ। ਜਿਹੜੇ ਚੀਜ਼ ਛੋਟੇ ਆਕਾਰ ਦੀ ਹੋਵੇ ਉਹ ਇਸਤਰੀ ਲਿੰਗ ਗਿਣੀ ਜਾਂਦੀ ਹੈ, ਜਿਹੜੀ ਚੀਜ਼ ਵੱਡੇ ਆਕਾਰ ਦੀ ਹੋਵੇ ਉਹ ਪੁਲਿੰਗ ਗਿਣੀ ਜਾਂਦੀ ਹੈ। ਠੀਕ ਹੈ। ਸੋ ਬਦਲੀ ਜਿਹੜੀ ਹੈ ਉਹ ਇਸਤਰੀ ਲਿੰਗ ਹੈ, ਔਰ ਬੱਦਲ ਜਿਹੜਾ ਹੈ ਉਹ ਪੁਲਿੰਗ ਸ਼ਬਦ ਦੇ ਤੌਰ 'ਤੇ ਗਿਣਿਆ ਜਾਂਦਾ ਹੈ। ਸੋ ਤੁਸੀਂ ਲਿਖਣਾ ਹੈ ਕਾਲਾ ਬੱਦਲ ਚੜ ਆਇਆ ਹੈ। ਨੈਕਸਟ ਦੇਖੋ, ਮੋਰ ਨੇ ਕਿਰਲੀ ਖਾ ਲਈ। ਮੋਰ ਦਾ ਕੀ ਬਣ ਜਾਣਾ, ਮੋਰਨੀ। ਮੋਰਨੀ ਨੇ ਕਿਰਲੀ ਦਾ ਕੀ ਬਣ ਜਾਣਾ, ਕਿਰਲਾ। ਠੀਕ ਹੈ। ਮੋਰਨੀ ਨੇ ਕਿਰਲਾ ਖਾ ਲਈ ਦੀ ਜਗ੍ਹਾ ਕੀ ਬਣ ਜਾਣਾ, ਲਿਆ। ਠੀਕ ਹੈ। ਮੋਰਨੀ ਨੇ ਕਿਰਲਾ ਖਾ ਲਿਆ। ਨੂੰਹ ਨੇ ਸੱਸ ਕੁੱਟੀ। ਹੁਣ ਨੂੰਹ ਦਾ ਜਿਹੜਾ ਹੈ ਉਹ ਕੀ ਬਣਨਾ, ਨੂੰਹ ਦਾ ਪੁੱਤਰ। ਠੀਕ ਹੈ। ਨੂੰਹ ਦਾ ਪੁੱਤਰ ਬਣ ਜਾਣਾ ਤੇ ਸੱਸ ਦਾ ਕੀ ਬਣ ਜਾਣਾ, ਸਹੁਰਾ। ਠੀਕ ਹੈ। ਸੋ ਤੁਸੀਂ ਕੀ ਲਿਖਣਾ ਹੈ ਇੱਥੇ, ਪੁੱਤਰ ਨੇ ਸਹੁਰਾ ਕੁੱਟਿਆ। ਧੀ ਦਾ ਕੀ ਬਣਨਾ, ਪੁੱਤਰ।
ਪੁੱਤਰ ਨੇ ਪਤੀਸ, ਪਤੀਸ ਦਾ ਬਣਨਾ ਪਤਿਆਰਾ। ਪਤੀਸ ਤੇ ਪਤਿਆਰਾ ਕਹਿੰਦੇ ਆ ਪਤੀ ਦਾ ਤਾਇਆ ਜਾਂ ਚਾਚਾ। ਜਿਹੜਾ ਪਤੀ ਦਾ ਤਾਇਆ ਜਾਂ ਚਾਚਾ ਹੁੰਦਾ, ਜਿਹੜਾ ਤੁਹਾਡਾ ਚਾਚਾ ਸਹੁਰਾ ਜਾਂ ਤਾਇਆ ਸਹੁਰਾ ਬਣਦਾ, ਉਹਨੂੰ ਪਤੀਸ ਤੇ ਪਤਿਆਰਾ ਕਹਿੰਦੇ ਆ। ਠੀਕ ਹੈ, ਸੋ ਜਿਹੜੀ ਤਾਈ ਸੱਸ ਪਤੀਸ ਹੈ, ਇਹਦਾ ਤਾਇਆ ਸਹੁਰਾ ਬਣਨਾ ਪਤਿਆਰਾ। ਠੀਕ ਹੈ, ਤੁਸੀਂ ਕੀ ਲਿਖੋਗੇ? ਪੁੱਤੀ ਨੇ ਪਤੀਸ ਲੁੱਟੀ, ਧੀ ਦੀ ਜਗ੍ਹਾ ਪੁੱਤਰ, ਪੁੱਤਰ ਨੇ ਪਤਿਆਰਾ ਲੁੱਟਿਆ। ਠੀਕ ਹੈ, ਸੋ ਦੁਬਾਰਾ ਦੇਖੋ, ਨੂੰਹ ਦਾ ਕੀ ਬਣ ਜਾਣਾ? ਪੁੱਤਰ, ਪੁੱਤਰ ਨੇ ਸਹੁਰਾ ਕੁੱਟਿਆ, ਤੇ ਧੀ ਦਾ ਫਿਰ ਪੁੱਤਰ ਹੀ ਬਣਨਾ, ਪੁੱਤਰ ਨੇ ਪਤਿਆਰਾ ਲੁੱਟਿਆ। ਠੀਕ ਹੈ, ਸੋ ਇਸ ਢੰਗ ਨਾਲ ਚੇਂਜ ਕਰਨਾ। ਅਧਿਆਪਕਾਂ ਨੇ ਚਪੜਾਸੀ ਦੇ ਸਾਹਮਣੇ ਝਗੜਾਲੂ ਲੜਕੇ ਨੂੰ ਸਮਝਾਇਆ। ਅਧਿਆਪਕਾ ਇਸਤਰੀ ਲਿੰਗ ਹੈ, ਸੋ ਤੁਸੀਂ ਤੋਂ ਕੰਨਾ ਹਟਾ ਦਿਓਗੇ, ਬਣ ਜਾਏਗਾ ਅਧਿਆਪਕ। ਠੀਕ ਹੈ, ਅਧਿਆਪਕਾ ਹੈ ਨਾ, ਇਸਤਰੀ ਲਿੰਗ ਹੈ। ਅਧਿਆਪਕ ਨੇ ਚਪੜਾਸੀ ਦਾ ਬਣਨਾ ਚਪੜਾਸਨ। ਅਧਿਆਪਕਾਂ ਨੇ ਚਪੜਾਸਨ ਦੇ ਸਾਹਮਣੇ ਝਗੜਾਲੂ ਲੜਕੇ ਦੀ ਜਗ੍ਹਾ ਲਿਖਣਾ ਝਗੜਾਲੂ ਲੜਕੀ ਨੂੰ ਸਮਝਾਇਆ। ਹਾਂਜੀ, ਨੈਕਸਟ ਹੈ, ਮੇਰਾ ਭਰਾ ਆਪਣੇ ਦੋਸਤ ਨਾਲ ਮੇਲਾ ਵੇਖਣ ਗਿਆ। ਮੇਰਾ ਭਰਾ ਦੀ ਜਗ੍ਹਾ ਕੀ ਬਣ ਜਾਣਾ? ਮੇਰੀ ਭੈਣ। ਆਪਣੇ ਦੋਸਤ ਦਾ ਕੀ ਬਣ ਜਾਣਾ? ਆਪਣੀ ਸਹੇਲੀ ਨਾਲ ਮੇਲਾ ਵੇਖਣ ਗਈ। ਸੋ ਮੇਰੀ ਭੈਣ ਆਪਣੀ ਸਹੇਲੀ ਨਾਲ ਮੇਲਾ ਵੇਖਣ ਗਈ। ਠੀਕ, ਧੋਬਨ ਨੇ ਆਪਣੀ ਗੁਆਂਢਣ ਤੋਂ ਮਦਦ ਲੈਣ ਲਈ ਬੇਨਤੀ ਕੀਤੀ। ਧੋਬਨ ਦਾ ਕੀ ਬਣ ਜਾਣਾ? ਧੋਬੀ, ਕਿਉਂਕਿ ਇਹ ਇਸਤਰੀ ਲਿੰਗ ਆ, ਤੁਸੀਂ ਇਹਨੂੰ ਪੁਲਿੰਗ 'ਚ ਚੇਂਜ ਕਰੋਗੇ। ਧੋਬੀ ਨੇ ਆਪਣੀ ਗੁਆਂਢਣ ਦੀ ਜਗ੍ਹਾ ਬਣ ਜਾਣਾ ਆਪਣੇ ਗੁਆਂਢੀ। ਠੀਕ ਹੈ, ਧੋਬੀ ਨੇ ਆਪਣੇ ਗੁਆਂਢੀ ਤੋਂ ਮਦਦ ਲੈਣ ਲਈ ਬੇਨਤੀ ਕੀਤੀ। ਠੀਕ, ਮੈਂ ਆਪਣੀ ਸੱਸ, ਦਦਿਓਰੇ ਅਤੇ ਨਨਾਣ ਦੀ ਬਹੁਤ ਇੱਜ਼ਤ ਕਰਦੀ ਹਾਂ। ਮੈਂ ਆਪਣੇ ਸੱਸ ਦਾ ਕੀ ਬਣਨਾ? ਸਹੁਰੇ। ਦਦਿਓਰੇ ਦਾ ਕੀ ਬਣਨਾ? ਦਦੇਸ। ਅਤੇ ਨਨਾਣ ਦਾ ਬਣਨਾ ਨੰਦੋਈਏ। ਠੀਕ ਹੈ, ਦੀ ਬਹੁਤ ਇੱਜ਼ਤ ਕਰਦੀ ਹਾਂ। ਮੈਂ ਆਪਣੇ ਸਹੁਰੇ, ਦਦੇਸ ਅਤੇ ਨੰਦੋਈਏ ਦੀ ਬਹੁਤ ਇੱਜ਼ਤ ਕਰਦੀ ਹਾਂ ਦੇ ਜਗ੍ਹਾ ਕੀ ਬਣ ਜਾਣਾ? ਇੱਜ਼ਤ ਕਰਦਾ ਹਾਂ। ਠੀਕ ਹੈ, ਕਰਦੀ ਦਾ ਕਰਦਾ। ਬੱਕਰੀ ਨੇ ਘਾਹ ਖਾ ਲਿਆ। ਬੱਕਰੀ ਦੀ ਜਗ੍ਹਾ ਬੱਕਰੇ ਨੇ ਘਾਹ ਖਾ ਲਿਆ। ਓਨਲੀ ਵਨ ਵਰਡ ਚੇਂਜ ਹੋਣਾ। ਠੀਕ, ਸਹੁਰੇ ਨੇ ਆਪਣੀ ਨੂੰਹ ਲਈ ਕਾਰ ਖਰੀਦੀ। ਸਹੁਰੇ ਦੀ ਜਗ੍ਹਾ ਕੀ ਬਣਨਾ? ਸੱਸ ਨੇ। ਸੱਸ ਨੇ ਆਪਣੇ ਪੁੱਤਰ ਲਈ, ਨੂੰਹ ਦਾ ਕੀ ਬਣ ਜਾਣਾ? ਪੁੱਤਰ। ਠੀਕ ਹੈ, ਸੱਸ ਨੇ ਆਪਣੇ ਪੁੱਤਰ ਲਈ ਕਾਰ ਖਰੀਦੀ। ਉਸ ਨੇ ਪੀਲੇ ਰੰਗ ਦੀ ਪੱਗ ਬੰਨੀ ਹੋਈ ਹੈ। ਉਸ ਨੇ ਪੀਲੇ ਰੰਗ ਦੀ ਪਗੜੀ ਬੰਨੀ ਹੋਈ ਹੈ। ਠੀਕ ਹੈ, ਪੱਗ ਦਾ ਕੀ ਬਣ ਜਾਣਾ? ਪਗੜੀ, ਛੋਟੀ। ਠੀਕ ਹੈ, ਪੱਗ ਪੂਰੇ ਵੱਡੇ ਸਾਈਜ਼ ਦੀ ਹੁੰਦੀ ਆ, ਪਗੜੀ ਹੁੰਦੀ ਜਿਹੜੀ ਗੋਲ ਜੀ ਛੋਟੀ ਲਪੇਟੀ ਹੁੰਦੀ, ਉਹਨੂੰ ਕਹਿੰਦੇ ਪਗੜੀ। ਠੀਕ ਹੈ, ਉਸ ਨੇ ਪੀਲੇ ਰੰਗ ਦੀ ਪਗੜੀ ਬੰਨੀ ਹੋਈ ਹੈ। ਬਾਗ ਵਿੱਚ ਮੋਰ ਪੈਲ ਪਾ ਰਿਹਾ ਹੈ। ਬਾਗ ਵਿੱਚ ਮੋਰ ਦੀ ਜਗ੍ਹਾ ਮੋਰਨੀ, ਪੈਲ ਦੀ ਮਤਲਬ ਪੈਲਾਂ ਪਾ ਰਹੀ ਹੈ। ਠੀਕ, ਬਾਗ ਵਿੱਚ ਮੋਰਨੀ ਪੈਲਾਂ ਪਾ ਰਹੀ ਹੈ। ਅਮਰਜੀਤ ਦੀ ਕੁੜੀ ਬਹੁਤ ਚਲਾਕ ਹੈ। ਅਮਰਜੀਤ ਦਾ ਮੁੰਡਾ ਬਹੁਤ ਚਲਾਕ ਹੈ। ਸੋ ਇਸ ਢੰਗ ਦੇ ਨਾਲ ਤੁਸੀਂ ਜਿਹੜਾ ਆ ਸੈਂਟੈਂਸ ਨੂੰ ਚੇਂਜ ਕਰੋਗੇ। ਇਹ ਤਾਂ ਤੁਹਾਡੇ ਜਿਹੜੇ ਆ ਉਹ ਸੋਲਵ ਹੋ ਗਏ, ਬਟ ਜਦੋਂ ਤੁਸੀਂ ਪ੍ਰੈਕਟਿਸ ਕਰਨੀ ਹੈ ਤਾਂ ਤੁਹਾਨੂੰ ਮੈਂ ਜਿਹੜੇ ਆ ਹੋਰ ਸੈਂਟੈਂਸ ਜਿਹੜੇ ਆ ਮੇਰੇ ਕੋਲ ਬੁੱਕ ਹੈ, ਉਹ 'ਚੋਂ ਤੁਹਾਨੂੰ ਮੈਂ ਹੋਰ ਦਊਂਗੀ ਜਿਸ 'ਚੋਂ ਤੁਸੀਂ ਪ੍ਰੈਕਟਿਸ ਕਰ ਸਕਦੇ ਆ। ਬਟ ਫੋਰ ਦਾ ਜਿਹੜੇ ਰਿਵੀਜ਼ਨ ਤੁਸੀਂ ਆਪਣੇ ਚੈਪਟਰ ਦੇ ਵਿੱਚ ਜਿੰਨੇ ਵਨ ਵਰਡ ਆ, ਜੇ ਤੁਸੀਂ ਉਹ ਲਰਨ ਕਰ ਲੋਗੇ ਤਾਂ ਤੁਹਾਡੇ ਸੈਂਟੈਂਸਿਸ ਵਾਲੇ ਜਿਹੜੇ ਆ ਉਹ ਆਟੋਮੈਟਿਕਲੀ ਜਿਹੜੇ ਆ ਉਹ ਚੇਂਜ ਹੋ ਜਾਣਗੇ। ਓਕੇ।